ਹੈਲੋ ਸਾਰਿਆਂ ਦਾ ਸਵਾਗਤ ਹੈ ਸਾਡੇ ਆਨਲਾਈਨ ਨੇਪਟਲ ਸਰਟੀਫਿਕੇਸ਼ਨ ਕੋਰਸਾਂ ਵਿੱਚ ਇੰਜੀਨੀਅਰਿੰਗ ਡਰਾਇੰਗ ਅਤੇ ਕੰਪਿਊਟਰ ਗ੍ਰਾਫਿਕਸ ਉੱਤੇ। ਪਹਿਲਾਂ ਦੀਆਂ ਕਲਾਸਾਂ ਵਿੱਚ ਅਸੀਂ ਸੋਲਿਡਵਰਕਸ ਸੌਫਟਵੇਅਰ ਬਾਰੇ ਸਿੱਖਿਆ ਹੈ। ਅੱਜ ਦੀ ਕਲਾਸ ਵਿੱਚ ਅਸੀਂ ਕੁਝ ਉਦਾਹਰਣਾਂ ਦਾ ਅਭਿਆਸ ਕਰਾਂਗੇ ਕਿ ਸੋਲਿਡਵਰਕਸ ਨੂੰ ਕਿਵੇਂ ਵਰਤਣਾ ਹੈ। 2 ਵਾਰ ਕਲਿੱਕ ਕਰਨ ਤੋਂ ਬਾਅਦ ਇੱਥੇ ਸੋਲਿਡਵਰਕਸ ਆਈਕਨ ਹੈ ਜਾਂ ਐਪਲੀਕੇਸ਼ਨਾਂ ਤੋਂ ਸਾਡੇ ਕੋਲ ਇਹ ਟਰਮੀਨਲ ਹੋਵੇਗਾ। ਇਸ ਤੇ ਅਸੀਂ ਕਿਸੇ ਵੀ ਆਬਜੈਕਟ ਨੂੰ ਡਰਾ ਕਰ ਸਕਾਂਗੇ ਅਤੇ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਹੜਾ ਵਰਜ਼ਨ ਵਰਤਣਾ ਚਾਹੁੰਦੇ ਹੋ। ਸਾਡੇ ਕੋਲ ਸੋਲਿਡਵਰਕਸ 2015 ਵਰਜ਼ਨ ਹੈ ਅਤੇ ਅਸੀਂ ਇਸ ਦੀ ਵਰਤੋਂ ਕਰ ਰਹੇ ਹਾਂ। ਇਸ ਲਈ ਜਦੋਂ ਤੁਸੀਂ ਨਵੇਂ ਵਰਜ਼ਨ ਚਲਾ ਰਹੇ ਹੋ ਤਾਂ ਸੌਫਟਵੇਅਰ ਲਈ ਨਵੇਂ ਅਪਡੇਟਸ ਮੌਜੂਦ ਹੋਣਗੇ। ਅਜੇ ਵੀ ਪੁਰਾਣੇ ਵਰਜ਼ਨ ਸਿੰਪਲ ਇੰਜੀਨੀਅਰਿੰਗ ਡਰਾਇੰਗ ਸਮੱਸਿਆਵਾਂ ਵਿੱਚ ਅਭਿਆਸ ਕਰਨ ਲਈ ਕੰਮ ਕਰਦੇ ਹਨ। ਸੋਲਿਡਵਰਕਸ ਦੇ ਤੌਰ ਤੇ ਪਹਿਲਾ ਸਟੈਪ ਜੋ ਹੈ ਉਹ ਹੈ ਮਾਊਸ ਦੀ ਵਰਤੋਂ ਕਰਨਾ। ਇਸ ਆਬਜੈਕਟ ਦੇ ਨਾਮ ਬਾਰੇ ਜਾਣਨ ਦੀ ਕੋਸ਼ਿਸ਼ ਕਰੋ। ਇੱਥੇ ਅਸੀਂ ਦੇਖਦੇ ਹਾਂ ਇਸ ਨਿਊ ਕੰਟਰੋਲ ਨੂੰ ਉੱਥੇ ਹੁਣੇ ਕਲਿੱਕ ਕਰੋ। ਇਸ ਲਈ ਪਹਿਲੀ ਉਦਾਹਰਣ ਜਿਸਦਾ ਅਸੀਂ ਅਭਿਆਸ ਕਰ ਰਹੇ ਹਾਂ ਉਹ ਹੈ 2D ਸਕੈਚ ਜਾਂ ਪਾਰਟ ਡਰਾਇੰਗ ਜੋ ਅਸੀਂ ਕਰਨਾ ਚਾਹੁੰਦੇ ਹਾਂ। ਇਸ ਲਈ ਪਿਛਲੀ ਕਲਾਸ ਵਿੱਚ ਅਸੀਂ ਸੋਲਿਡਵਰਕਸ ਬਾਰੇ ਸਿੱਖਿਆ ਹੈ ਕਿ 3 ਕਾਈਂਡ ਦੇ ਆਬਜੈਕਟਸ ਦੀ ਪਛਾਣ ਕਰਦਾ ਹੈ। ਇੱਕ ਪਾਰਟ ਡਰਾਇੰਗ ਹੈ, ਦੂਜਾ ਅਸੈਂਬਲੀ ਡਰਾਇੰਗ ਹੈ, ਹੋਰ ਡਰਾਇੰਗ ਹੈ। ਇਸ ਲਈ ਪਹਿਲੇ 2D ਸਕੈਚ ਸਿੰਪਲ 3D ਆਬਜੈਕਟ ਹੋ ਸਕਦੇ ਹਨ ਜੋ ਕਿ ਇੱਕ ਯੂਨੀਕ ਆਬਜੈਕਟਸ ਹਨ। ਜੇਕਰ ਤੁਸੀਂ ਕੰਸਟਰਕਟ ਕਰਨ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਪਾਰਟ ਡਰਾਇੰਗ ਤੇ ਕਲਿੱਕ ਕਰੋ, ਕਲਿੱਕ ਪਾਰਟ, ਫਿਰ ਕਲਿੱਕ ਓਕੇ। ਫਿਰ ਇਹ ਇੱਕ ਬਲੈਂਕ ਸਕਰੀਨ ਖੋਲ੍ਹਦਾ ਹੈ। ਦੁਬਾਰਾ ਫਿਰ ਪਹਿਲਾਂ ਅਸੀਂ ਇਸ ਆਬਜੈਕਟ ਤੇ ਜਾਂਦੇ ਹਾਂ, ਨਿਊ। ਫਿਰ ਇਹ ਕੁਝ ਖੋਲ੍ਹਦਾ ਹੈ ਜਿਵੇਂ ਪਾਰਟ ਡਰਾਇੰਗ, ਕਲਿੱਕ ਕਰੋ, ਫਿਰ ਓਕੇ। ਇਹ ਬਲੈਂਕ ਸਪੇਸ ਵਿੱਚ ਬਲੈਂਕ ਸਪੇਸ ਖੋਲ੍ਹਦਾ ਹੈ। ਸਾਡੇ ਕੋਲ ਫੀਚਰ ਮੈਨੇਜਰ ਹੈ ਜਿੱਥੇ ਫਰੰਟ ਪਲੇਨ, ਟੌਪ ਪਲੇਨ ਅਤੇ ਰਾਈਟ ਪਲੇਨ ਲੋਕੇਟਡ ਹੈ। ਸਿਮਿਲਰਲੀ ਸਾਡੇ ਕੋਲ ਇੱਕ ਸਕੈਚ ਟੂਲਬਾਰ ਵਰਗਾ ਕੁਝ ਹੈ। ਸਕੈਚ ਲਾਈਨ ਵਰਗੀ ਅਤੇ ਵੱਖਰੀ ਕਿਸਮ ਦੀ ਕੋਈ ਚੀਜ਼। ਇੱਥੇ ਜ਼ੂਮ, ਵਿਊਜ਼ ਅਤੇ ਹੋਰ ਆਬਜੈਕਟ ਲੋਕੇਟਡ ਹਨ। ਅਤੇ ਬੋਟਮ ਸਾਡੇ ਕੋਲ MMGS ਨਾਮਕ ਯੂਨਿਟਸ ਹਨ। ਅਤੇ ਇਹ MMGS ਸਾਡੇ ਯੂਨਿਟਸ ਨੂੰ ਦਰਸਾਉਂਦਾ ਹੈ। ਇੱਕ ਸਿੰਪਲ ਉਦਾਹਰਣ ਨਾਲ ਸ਼ੁਰੂਆਤ ਕਰਦੇ ਹਾਂ। ਇਸ ਪਾਰਟ ਡਰਾਇੰਗ ਨੂੰ ਖੋਲ੍ਹਣ ਤੋਂ ਬਾਅਦ ਜੇਕਰ ਅਸੀਂ ਕੁਝ ਵੀ ਡਰਾ ਕਰਨਾ ਚਾਹੁੰਦੇ ਹਾਂ, ਜੇਕਰ ਇਹ ਇੱਕ 2D ਸ਼ੀਟ ਹੈ ਜੋ ਅਸੀਂ ਮੈਨੂਅਲੀ ਡਰਾ ਕਰਦੇ ਹਾਂ, ਸਾਡੇ ਕੋਲ ਇੱਕ ਸ਼ੀਟ ਹੈ ਜੋ ਅਸੀਂ ਕੁਝ ਵੀ ਡਰਾ ਕਰ ਸਕਦੇ ਹਾਂ। ਪਰ ਸੋਲਿਡਵਰਕਸ ਲਈ ਤੁਹਾਨੂੰ ਅਸਲ ਵਿੱਚ ਇਹ ਨਿਸ਼ਚਿਤ ਕਰਨਾ ਹੋਵੇਗਾ ਕਿ ਤੁਸੀਂ ਕਿਸ ਪਲੇਨ ਤੇ ਚੀਜ਼ਾਂ ਡਰਾ ਕਰਨਾ ਚਾਹੁੰਦੇ ਹੋ। ਅਤੇ ਕੋਈ ਵੀ ਡਰਾਇੰਗ ਸ਼ੁਰੂ ਕਰਨ ਲਈ ਰੇਕਮੈਂਡਡ ਪਲੇਨ ਸਾਹਮਣੇ ਵਾਲਾ ਪਲੇਨ ਹੈ। ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਤੁਸੀਂ ਆਪਣੇ ਮਾਊਸ ਨੂੰ ਫਰੰਟ ਪਲੇਨ ਤੇ ਲੈ ਜਾਓ ਤਾਂ ਇਹ ਕਿਸੇ ਪਲੇਨ ਦੇ ਆਈਸੋਮੈਟ੍ਰਿਕ ਵਿਊ ਵਰਗੀ ਚੀਜ਼ ਡਿਟੈਕਟ ਕਰਦਾ ਹੈ। ਤੁਹਾਨੂੰ ਕੁਝ ਕਲਿੱਕ ਨਹੀਂ ਕਰਨਾ ਚਾਹੀਦਾ ਹੈ, ਬਸ ਆਪਣੇ ਮਾਊਸ ਨੂੰ ਹਿਲਾਓ। ਸਿਮਿਲਰਲੀ ਅਸੀਂ ਤੁਹਾਡੇ ਮਾਊਸ ਨੂੰ ਟੌਪ ਪਲੇਨ ਤੇ ਲੈ ਜਾ ਰਹੇ ਹਾਂ। ਇਹ ਉਸ ਸਰਫੇਸ ਦੇ ਫਲੈਟ ਸੈਕਸ਼ਨ ਨੂੰ ਦਰਸਾਉਂਦਾ ਹੈ। ਇਸ ਲਈ ਜੇਕਰ ਤੁਸੀਂ ਕਿਊਬੋਇਡ ਵਰਗਾ ਕੁਝ ਮੰਨ ਰਹੇ ਹੋ, ਇੱਕ ਮਿਡਪਲੇਨ ਫਰੰਟ ਪਲੇਨ ਹੈ, ਤਾਂ ਕੱਟ ਸੈਕਸ਼ਨਲ ਕਾਈਂਡ ਦੀ ਥਿੰਗ ਟੌਪ ਪਲੇਨ ਹੈ। ਅਤੇ ਇੱਕ ਰਾਈਟ ਪਲੇਨ ਵੀ ਹੈ, ਉਸ ਕਿਊਬੋਇਡ ਦੇ ਰਾਈਟ ਪਲੇਨ ਨੂੰ ਦੇਖ ਸਕਦੇ ਹੋ। ਇਹ ਉਹ ਤਰੀਕਾ ਹੈ ਜਿਸ ਨੂੰ ਅਸੀਂ ਆਈਸੋਮੈਟ੍ਰਿਕ ਡਰਾਇੰਗ ਲਈ ਦੇਖਿਆ ਹੈ। ਜੇਕਰ ਤੁਸੀਂ ਇਸ ਤੇ ਦੇਖੋ, ਫਰੰਟ ਪਲੇਨ ਪ੍ਰਿੰਸੀਪਲ ਐਕਸਿਸ ਵਿੱਚੋਂ ਇੱਕ ਨੂੰ ਦਰਸਾਉਂਦਾ ਹੈ। ਟੌਪ ਪਲੇਨ ਤੁਹਾਨੂੰ ਇੱਕ ਹੋਰ ਪ੍ਰਿੰਸੀਪਲ ਐਕਸਿਸ ਦਿੰਦਾ ਹੈ ਅਤੇ ਰਾਈਟ ਪਲੇਨ ਤੁਹਾਨੂੰ ਇੱਕ ਹੋਰ ਐਕਸਿਸ ਦਿੰਦਾ ਹੈ। ਇਸ ਲਈ ਸਭ ਤੋਂ ਪਹਿਲਾਂ ਜੋ ਅਸੀਂ ਕਰਨ ਜਾ ਰਹੇ ਹਾਂ ਉਹ ਹੈ ਫਰੰਟ ਪਲੇਨ ਪਿਕ ਕਰੋ। ਪਿਕ ਮਤਲਬ ਬਸ ਆਪਣੇ ਮਾਊਸ ਨੂੰ ਹਿਲਾਓ, ਫਿਰ ਉਸ ਬਟਨ ਤੇ ਰਾਈਟ ਕਲਿੱਕ ਕਰੋ। ਇਸ ਲਈ ਮਾਊਸ ਲਈ ਰਾਈਟ ਹੈਂਡ ਸਾਈਡ, ਲੈਫਟ ਹੈਂਡ ਸਾਈਡ 2 ਬਟਨ ਹਨ ਅਤੇ ਰਾਈਟ ਹੈਂਡ ਸਾਈਡ ਵਾਲੇ ਬਟਨ ਨੂੰ ਚੁਣੋ ਇੱਕ ਵਾਰ। ਜਦੋਂ ਤੁਸੀਂ ਕਲਿੱਕ ਕਰਦੇ ਹੋ ਤਾਂ ਇੱਕ ਵਾਰ ਕਲਿੱਕ ਕਰਨ ਨਾਲ ਇੱਕ ਡਾਇਲੋਗ ਬਾਕਸ ਖੁੱਲ੍ਹਦਾ ਹੈ ਜੋ ਕੁਝ ਦਿਖਾਉਂਦਾ ਹੈ ਕਿ ਕੀ ਤੁਸੀਂ ਉਸ ਪਲੇਨ ਵੱਲ ਨੋਰਮਲ ਡਰਾ ਕਰਨਾ ਚਾਹੁੰਦੇ ਹੋ।
ਤਾਂ ਇਹ ਉਹ ਸਿੰਬਲ ਹੈ ਜੋ ਸਾਡੇ ਕੋਲ ਇਹ ਸਕੁਏਅਰ ਵਰਗਾ ਹੈ। ਉਸ ਡਾਇਰੈਕਸ਼ਨ ਵੱਲ ਇਸ਼ਾਰਾ ਕਰਦੇ ਨੋਰਮਲ ਵੈਕਟਰ। ਜੇਕਰ ਤੁਸੀਂ ਕਲਿੱਕ ਕਰਦੇ ਹੋ ਕਿ ਇਹ ਉਸ ਫਰੰਟ ਪਲੇਨ ਦੇ ਨਾਲ ਇਕਸਾਰ ਹੋ ਜਾਵੇਗਾ, ਤਾਂ ਪਹਿਲਾ ਸਟੈਪ ਹੈ, ਆਪਣੇ ਮਾਊਸ ਨੂੰ ਫਰੰਟ ਪਲੇਨ ਤੇ ਲੈ ਜਾਓ, ਫਿਰ ਰਾਈਟ ਕਲਿੱਕ ਕਰੋ, ਫਿਰ ਇਸ ਨੋਰਮਲ ਥਿੰਗ ਤੇ ਕਲਿੱਕ ਕਰੋ। ਸਾਡੇ ਕੋਲ ਉਹ ਫਰੰਟ ਪਲੇਨ ਹੋਵੇਗਾ। ਸਿਮਿਲਰਲੀ ਜੇਕਰ ਅਸੀਂ ਇਸ ਨੂੰ ਟੌਪ ਲਾਈਨ ਤੇ ਡਰਾ ਕਰਨ ਜਾ ਰਹੇ ਹਾਂ ਤਾਂ ਸਾਨੂੰ ਕੀ ਕਰਨਾ ਪੈਣਾ, ਇੱਕ ਕਲਿੱਕ ਦੇਣਾ ਹੈ ਜੋ ਉਸ ਟੌਪ ਪਲੇਨ ਤੇ ਰਾਈਟ ਕਲਿੱਕ ਹੈ, ਫਿਰ ਇੱਕ ਲੈਫਟ ਕਲਿੱਕ ਦਿਓ ਜੋ ਤੁਹਾਨੂੰ ਟੌਪ ਪਲੇਨ ਦਿੰਦਾ ਹੈ। ਸ਼ੁਰੂ ਕਰਨ ਲਈ ਰੇਕਮੈਂਡਡ ਪਲੇਨ ਸਾਡੇ ਲਈ ਫਰੰਟ ਪਲੇਨ ਲੈਫਟ ਕਲਿੱਕ ਕਰੋ। ਫਿਰ ਇੱਕ ਹੋਰ ਲੈਫਟ ਕਲਿੱਕ ਮੈਨੂੰ ਫਰੰਟ ਪਲੇਨ ਦਿੰਦਾ ਹੈ, ਇਸ ਲਈ ਜੋ ਵੀ 2 ਡਾਇਮੈਂਸ਼ਨਲ ਡਰਾਇੰਗ ਅਸੀਂ ਕਰਨ ਜਾ ਰਹੇ ਹਾਂ ਅਸੀਂ ਇਸ ਫਰੰਟ ਪਲੇਨ ਤੇ ਕਰਾਂਗੇ। ਤਾਂ ਆਓ ਕਰਦੇ ਹਾਂ। ਇੱਥੇ ਕਈ ਤਰ੍ਹਾਂ ਦੇ ਆਪਸ਼ਨਸ ਹਨ ਜਿਵੇਂ ਕਿ ਲਾਈਨ, ਸਰਕਲ, ਕਰਵ ਅਤੇ ਹੋਰ ਬਹੁਤ ਸਾਰੇ। ਇਸ ਲਈ ਸਭ ਤੋਂ ਪਹਿਲਾਂ ਜੋ ਅਸੀਂ ਕਰਨ ਜਾ ਰਹੇ ਹਾਂ ਉਹ ਹੈ ਆਪਣੇ ਮਾਊਸ ਨੂੰ ਮੂਵ ਕਰੋ। ਇੱਕ ਲੈਫਟ ਕਲਿੱਕ ਕਰੋ। ਫਿਰ ਇੱਕ ਲਾਈਨ ਹੈ, ਉਸ ਨੂੰ ਚੁਣੋ। ਫਿਰ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਲਾਈਨ ਡਰਾ ਕਰੋ। ਫਿਰ ਐਂਟਰ ਦਬਾਓ। ਫਿਰ ਐਸਕੇਪ ਦਬਾਓ। ਇਹ ਇੱਕ ਲਾਈਨ ਡਰਾ ਕਰਦਾ ਹੈ। ਹੁਣ ਇਹ ਲਾਈਨ ਅਸੀਂ ਉਸ ਪਰਪਸ ਲਈ ਕੁਝ ਯੂਨਿਟਸ ਨੂੰ ਸਪੈਸੀਫਾਈ ਕਰਨਾ ਚਾਹਾਂਗੇ। ਇਹਦੇ ਲਈ ਅਸੀਂ ਕੀ ਕਰਾਂਗੇ? ਲਾਈਨ ਦੇ ਬਿਲਕੁਲ ਅੱਗੇ ਇੱਕ ਸਮਾਰਟ ਡਾਇਮੈਂਸ਼ਨ ਬਟਨ ਹੈ, ਜਿਸ ਦੀ ਵਰਤੋਂ ਕਰਕੇ ਅਸੀਂ ਉਸ ਲਾਈਨ ਦੀ ਲੈਂਥ ਨੂੰ ਐਡਜਸਟ ਕਰ ਸਕਦੇ ਹਾਂ। ਤਾਂ ਸਮਾਰਟ ਡਾਇਮੈਂਸ਼ਨ ਕਲਿੱਕ ਕਰੋ। ਬਿਨਾਂ ਕਿਸੇ ਕਲਿੱਕ ਦੇ ਆਪਣੇ ਮਾਊਸ ਨੂੰ ਹਿਲਾਓ। ਫਿਰ ਉਸ ਤੇ ਕਲਿੱਕ ਕਰੋ। ਜੇਕਰ ਡਾਇਮੈਂਸ਼ਨ ਠੀਕ ਹਨ ਤਾਂ ਜੇਕਰ ਤੁਸੀਂ ਉਸ ਡਾਇਮੈਂਸ਼ਨ ਤੋਂ ਖੁਸ਼ ਨਹੀਂ ਹੋ ਤਾਂ ਹੁਣ 50 ਪਾ ਦਿਓ। ਤੁਸੀਂ ਹਮੇਸ਼ਾ ਇਸ ਨੂੰ ਚੁਣ ਸਕਦੇ ਹੋ ਤਾਂ ਜੇਕਰ ਤੁਸੀਂ ਉਸ 50 ਤੋਂ ਹੇਠਾਂ ਆ ਰਹੇ ਹੋ ਤਾਂ ਇੱਥੇ ਯੂਨਿਟਸ ਵਰਗੀ ਕੋਈ ਚੀਜ਼ ਹੈ, ਉਸ ਯੂਨਿਟ ਵਿੱਚ ਅਸੀਂ mm ਲਵਾਂਗੇ। ਇੱਕ ਵਾਰ ਜਦੋਂ ਇਹ ਹੋ ਜਾਏ ਤਾਂ ਟਿਕ ਮਾਰਕ ਤੇ ਕਲਿੱਕ ਕਰੋ। ਫਿਰ ਇਹ ਤੁਹਾਨੂੰ 50 mm ਦਾ ਡਾਇਮੈਂਸ਼ਨ ਦਿਖਾਉਂਦਾ ਹੈ। ਦੁਬਾਰਾ ਪਹਿਲਾ ਸਟੈਪ ਫਰੰਟ ਪਲੇਨ ਨੋਰਮਲ ਖੋਲ੍ਹਣ ਤੋਂ ਬਾਅਦ ਹੈ। ਅਸੀਂ ਲਾਈਨ ਪਿਕ ਕੀਤੀ। ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਇੱਕ ਲਾਈਨ ਡਰਾ ਕਰਦੇ ਹਾਂ। ਤੁਹਾਡੀ ਸਹੂਲਤ ਅਨੁਸਾਰ ਜੋ ਵੀ ਪੁਆਇੰਟ ਹੋਣ ਕਿਉਂਕਿ ਇੱਕ ਅਭਿਆਸ ਸੈਸ਼ਨ ਹੈ। ਫਿਰ ਐਂਟਰ ਦਬਾਓ। ਫਿਰ ਐਸਕੇਪ ਦਬਾਓ। ਇਹ ਇੱਕ ਲਾਈਨ ਡਰਾ ਕਰਦਾ ਹੈ। ਜੇ ਤੁਸੀਂ ਮਾਊਸ ਮੂਵ ਕਰ ਰਹੇ ਹੋ ਤਾਂ ਤੁਹਾਨੂੰ ਹੁਣ ਇਸ ਲਾਈਨ ਤੇ ਹੋਰ ਇਨਫੋਰਮੇਸ਼ਨ ਨਹੀਂ ਦਿਸਦੀ। ਅਸੀਂ ਲਾਈਨ ਨੂੰ ਐਡਜਸਟ ਕਰਨਾ ਚਾਹੁੰਦੇ ਹਾਂ। ਫਰਦਰ ਪਰਪਸ ਅਸੀਂ ਕੀ ਕਰਦੇ ਹਾਂ, ਸਮਾਰਟ ਡਾਇਮੈਂਸ਼ਨ ਤੇ ਕਲਿੱਕ ਕਰੋ। ਇਸ ਲਾਈਨ ਤੇ ਕਲਿੱਕ ਕਰੋ। ਉਸ ਡਾਇਮੈਂਸ਼ਨ ਨਾਲ ਅਸੀਂ ਸਿਰਫ ਆਪਣੇ ਮਾਊਸ ਨੂੰ ਮੂਵ ਕਰ ਸਕਦੇ ਹਾਂ ਅਤੇ ਫਿਰ ਲੈਫਟ ਕਲਿੱਕ ਕਰੋ। ਹੁਣ ਜੋ ਵੀ ਡਾਇਮੈਂਸ਼ਨ ਵਿੱਚ ਸਾਡੀ ਦਿਲਚਸਪੀ ਹੈ, ਇੱਕ 75 ਯੂਨਿਟ mm, ਫਿਰ ਓਕੇ ਕਲਿੱਕ ਕਰੋ। ਇਹ 75 mm ਦੀ ਲਾਈਨ ਡਰਾ ਕਰਦਾ ਹੈ। ਮੇਰਾ ਸੁਝਾਅ ਹਰ ਸਮੇਂ ਡਰਾਇੰਗ ਲਈ ਇੱਕੋ ਡਾਇਮੈਂਸ਼ਨ ਦੀ ਵਰਤੋਂ ਕਰਨਾ, ਮਤਲਬ ਸੇਮ ਯੂਨਿਟਸ ਡਾਇਮੈਂਸ਼ਨ। ਜੇ ਤੁਸੀਂ mm ਨਾਲ ਸ਼ੁਰੂ ਕਰੋਗੇ ਤਾਂ ਉਸ ਸਕੈਚ ਦੌਰਾਨ ਹਰ ਚੀਜ਼ mm ਵਿੱਚ ਜਾਂਦੀ ਹੈ ਜੋ ਤੁਸੀਂ ਸਿਰਫ mm ਦੀ ਵਰਤੋਂ ਕਰਨ ਜਾ ਰਹੇ ਹੋ। ਮੈਂ ਕਿਉਂ ਸੁਝਾਅ ਦੇ ਰਿਹਾ ਹਾਂ? ਕਿਉਂਕਿ ਅਸੀਂ ਪਾਰਟ ਡਰਾਇੰਗ ਲੈਵਲ ਤੇ ਹਾਂ। ਅਸੀਂ ਇਸ ਤਰ੍ਹਾਂ ਨਾਲ ਇੱਕ ਓਬਜੈਕਟ ਕੰਸਟਰਕਟ ਕਰਦੇ ਹਾਂ, ਇਸ ਲਈ ਅਗਲੇ ਪਾਰਟ ਲਈ ਯੂਨਿਟਸ mm ਹੋ ਸਕਦੇ ਹਨ ਜੇ ਅਸੀਂ ਇਸ ਨੂੰ ਸੈਂਟੀਮੀਟਰਾਂ ਵਿੱਚ ਬਣਾਉਂਦੇ ਹਾਂ, ਜੇ ਅਸੀਂ ਧਿਆਨ ਨਹੀਂ ਦਿੰਦੇ ਹਾਂ। ਅਜਿਹੇ ਓਬਜੈਕਟ ਨੂੰ ਅਸੀਂ ਬਣਾਉਣ ਦੀ ਪੋਜੀਸ਼ਨ ਵਿੱਚ ਨਹੀਂ ਹੋਵਾਂਗੇ ਅਤੇ ਉੱਥੇ ਇੱਕ ਸਮੱਸਿਆ ਹੋਵੇਗੀ। ਤਾਂ ਹਰ ਸਮੇਂ mm ਵਰਗੀਆਂ ਯੂਨਿਟਾਂ ਦੀ ਇੱਕ ਸਿਸਟਮ ਨਾਲ ਚੱਲੋ। ਹੁਣ ਮੈਂ ਇੱਕ ਤੋਂ ਦੂਜੇ ਵੱਲ ਇਨਕਲਾਈਨਡ ਲਾਈਨ ਰੱਖਣਾ ਚਾਹਾਂਗਾ। ਅਤੇ ਮੈਂ ਇੱਕ ਖਾਸ ਐਂਗਲ ਨਾਲ ਇੱਕ ਹੋਰ ਲਾਈਨ ਡਰਾ ਕਰਨਾ ਚਾਹਾਂਗਾ। ਇਸ ਲਈ ਮੈਨੂੰ ਕੀ ਕਰਨਾ ਹੈ, ਮੈਨੂੰ ਦੁਬਾਰਾ ਲਾਈਨ ਨਹੀਂ ਚੁੱਕਣੀ ਪਵੇਗੀ ਕਿਉਂਕਿ ਮੈਂ ਕੋਈ ਐਂਟਰ ਜਾਂ ਐਸਕੇਪ ਬਟਨ ਨਹੀਂ ਦਬਾਇਆ ਹੈ। ਇਸ ਲਈ ਮੈਂ ਆਪਣੀ ਲਾਈਨ ਨੂੰ ਮੂਵ ਕਰ ਸਕਦਾ ਹਾਂ ਅਤੇ ਉਸ ਐਂਟਰ ਤੇ ਕਲਿੱਕ ਕਰ ਸਕਦਾ ਹਾਂ। ਹੁਣ ਮੈਂ ਐਂਟਰ ਅਤੇ ਐਸਕੇਪ ਪਾ ਸਕਦਾ ਹਾਂ। ਤਾਂ ਮੈਂ ਡਰਾ ਮੋਡ ਤੋਂ ਬਾਹਰ ਆਵਾਂਗਾ। ਹੁਣ ਮੈਂ ਆਪਣੇ ਸਮਾਰਟ ਡਾਇਮੈਂਸ਼ਨ ਦੀ ਵਰਤੋਂ ਕਰ ਸਕਦਾ ਹਾਂ। ਜੇਕਰ ਤੁਸੀਂ ਕਾਫੀ ਸਾਵਧਾਨ ਹੋ ਤਾਂ ਤੁਸੀਂ ਇਸ ਮਾਊਸ ਨੂੰ ਨੋਰਮਲ ਤੌਰ ਇੱਥੇ ਲੈਂਥ ਨੂੰ ਐਡਜਸਟ ਕਰਨ ਲਈ ਖਿੱਚ ਸਕਦੇ ਹੋ ਜਾਂ ਅਸੀਂ ਗਰਾਊਂਡ ਲੈਵਲ ਵਿੱਚ ਉਸ ਲਾਈਨ ਦੀ ਵਰਟੀਕਲ ਉਚਾਈ ਵੀ ਦੇ ਸਕਦੇ ਹਾਂ ਜਿਸ ਲਈ ਤੁਸੀਂ ਆਪਣੇ ਮਾਊਸ ਨੂੰ ਰੋਟੇਟ ਕਰੋ।
ਫਿਰ ਇਹ ਇਸ ਤਰ੍ਹਾਂ ਨਿਕਲਦਾ ਹੈ। ਤੁਸੀਂ ਦੇਖਦੇ ਹੋ ਕਿ ਲਾਈਨਾਂ ਵਿੱਚੋਂ ਇੱਕ ਇਸ ਨੂੰ ਨੋਰਮ ਤੋਂ ਉਸ ਦਿਸ਼ਾ ਵੱਲ ਦਿਖਾ ਰਹੀ ਹੈ। ਤੁਹਾਨੂੰ ਧਿਆਨ ਨਾਲ ਮਾਊਸ ਦੀ ਵਰਤੋਂ ਕਰਨਾ। ਦੂਜੇ ਤਰੀਕੇ ਨਾਲ ਜੇਕਰ ਤੁਸੀਂ ਇਸ ਨੂੰ ਰੋਟੇਟ ਟਵਿਸਟ ਕਰ ਰਹੇ ਹੋ ਤਾਂ ਇਹ ਇਸ ਦੀ ਵਰਟੀਕਲ ਉਚਾਈ ਦਰਸਾਉਂਦਾ ਹੈ, ਜਿਸ ਨੂੰ ਅਸੀਂ ਇਸ ਦਿਸ਼ਾ ਵਿੱਚ ਵੀ ਵਰਤ ਸਕਦੇ ਹਾਂ। ਇਸ ਲਈ ਜੋ ਵੀ ਡਾਇਮੈਂਸ਼ਨ ਅਸੀਂ ਜਾਰੀ ਕਰਨਾ ਚਾਹੁੰਦੇ ਹਾਂ, ਉਹ ਨਿਰਧਾਰਿਤ ਕਰੋ ਤੇ ਅਸੀਂ ਉਹ ਕਰ ਸਕਦੇ ਹਾਂ। ਉਦਾਹਰਨ ਲਈ ਮੈਂ 50 ਮਿਲੀਮੀਟਰ ਦੀ ਉਚਾਈ ਰੱਖਣਾ ਚਾਹੁੰਦਾ ਹਾਂ। ਇਸ ਦੇ ਲਈ ਮੈਂ ਕੀ ਕਰਦਾ ਹਾਂ, 50 ਯੂਨਿਟ ਜਾਂ ਮਿਲੀਮੀਟਰ ਅਤੇ ਕਲਿੱਕ ਓਕੇ। ਤਾਂ ਹੁਣ ਤੁਸੀਂ ਦੇਖੋਗੇ ਕਿ ਲਾਈਨ ਛੋਟੀ ਹੋ ਗਈ ਹੈ, ਕਿਉਂਕਿ ਗਰਾਊਂਡ ਲੈਵਲ ਦੇ ਸੰਬੰਧ ਵਿੱਚ ਵਰਟੀਕਲ ਉਚਾਈ 50 ਮਿਲੀਮੀਟਰ ਹੈ। ਹੁਣ ਤੁਸੀਂ ਕਿਸੇ ਹੋਰ ਓਬਜੈਕਟ ਨੂੰ ਡਰਾ ਕਰਨਾ ਚਾਹੋਗੇ। ਉਦਾਹਰਨ ਲਈ, ਜਿਵੇਂ ਕਿ ਇੱਕ ਕੰਟੀਨਿਊਅਸ ਲਾਈਨ ਦੀ ਬਜਾਏ ਇੱਕ ਸੈਂਟਰ ਲਾਈਨ, ਅਸੀਂ ਇੱਕ ਸੈਂਟਰ ਲਾਈਨ ਡਰਾ ਕਰਨਾ ਚਾਹੁੰਦੇ ਹਾਂ। ਇਸ ਦੇ ਲਈ ਸਾਨੂੰ ਇਸ ਤੇ ਕਲਿੱਕ ਕਰਨਾ ਹੈ। ਇੱਥੇ ਟ੍ਰਾਇੰਗੂਲਰ ਡਰੈਗ ਡਾਊਨ ਬਟਨ ਹੈ, ਕਲਿੱਕ ਕਰੋ। ਉੱਥੇ ਜਾਓ, ਇੱਕ ਸੈਂਟਰ ਲਾਈਨ ਵਰਗੀ ਕੋਈ ਚੀਜ਼ ਹੈ। ਇਹ ਸੈਂਟਰ ਲਾਈਨ ਪਿਕ ਕਰੋ। ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਵੱਲ ਡਰਾ ਕਰਦੀ ਹੈ। ਫਿਰ ਐਂਟਰ ਕਰੋ ਅਤੇ ਫਿਰ ਐਸਕੇਪ ਦਬਾਓ। ਸੋ ਤੁਸੀਂ ਇੱਕ ਸੈਂਟਰ ਲਾਈਨ ਡਰਾ ਕਰਨ ਦੀ ਪੋਜੀਸ਼ਨ ਵਿੱਚ ਹੋਵੋਗੇ। ਪਿਛਲੀਆਂ ਕਲਾਸਾਂ ਵਿੱਚ ਅਸੀਂ ਦੇਖਿਆ ਜਦੋਂ ਤੁਹਾਡੇ ਕੋਲ ਐਕਸਿਸ-ਸਿਮੈਟ੍ਰਿਕ ਵਰਗੇ ਓਬਜੈਕਟਸ ਹੋਣ ਤਾਂ ਇਸ ਸੈਂਟਰ ਲਾਈਨ ਦੀ ਵਰਤੋਂ ਕਰਦੇ ਹਾਂ। ਇਸ ਲਈ ਸੈਂਟਰ ਲਾਈਨ ਦਾ ਹਮੇਸ਼ਾ ਇੱਕ ਸਟੈਂਡਰਡ ਫਾਰਮੈਟ ਹੁੰਦਾ ਹੈ, ਜਿਵੇਂ ਕਿ ਵੱਡੀਆਂ ਡੈਸ਼ਸ ਤੋਂ ਬਾਅਦ ਛੋਟੀਆਂ ਡੈਸ਼ਸ। ਹੁਣ ਮੈਂ ਇਸ ਸੈਂਟਰ ਲਾਈਨ ਡਿਸਟੈਂਸ ਜਾਂ ਸ਼ਾਇਦ ਲੈਂਥ ਨੂੰ ਐਡਜਸਟ ਕਰਨਾ ਚਾਹਾਂਗਾ। ਫਿਰ ਸਮਾਰਟ ਡਾਇਮੈਂਸ਼ਨ ਜੋ ਮੈਂ ਇਸ ਦੀ ਵਰਤੋਂ ਕਰ ਸਕਦਾ ਹਾਂ, ਉੱਥੇ ਜਾਓ, ਇਸ ਨੂੰ 112 ਤੇ ਐਡਜਸਟ ਕਰੋ ਤੇ ਕਲਿੱਕ ਓਕੇ। ਜੋ ਵੀ ਯੂਨਿਟਸ ਹਨ ਜਿਵੇਂ ਮਿਲੀਮੀਟਰ, ਕਲਿੱਕ। ਇਹ ਆਪਣੇ ਆਪ ਉਸ ਸੈਂਟਰ ਲਾਈਨ ਦੀ ਲੈਂਥ ਨੂੰ ਐਡਜਸਟ ਕਰਦਾ ਹੈ। ਜਿੰਨਾ ਚਿਰ ਤੁਸੀਂ ਸਕੈਚ ਮੋਡ ਵਿੱਚ ਹੋ, ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਪੈਨਸਿਲ ਕਾਈਂਡ ਦੇ ਆਈਕਨ ਵਰਗੀ ਥਿੰਗ ਹੈ ਜਿਸ ਵਿੱਚ ਅਤੇ ਲਿਖਣ ਵਾਲੀ ਚੀਜ਼ ਜੋ ਇਹ ਦਰਸਾਉਂਦੀ ਹੈ ਕਿ ਤੁਸੀਂ ਸਕੈਚ ਮੋਡ ਵਿੱਚ ਹੋ। ਇਸ ਦਾ ਮਤਲਬ ਹੈ, ਤੁਸੀਂ ਉਸ ਪਲੇਨ ਤੇ ਹੋ। ਤੁਸੀਂ ਓਬਜੈਕਟ ਚੁਣਦੇ ਹੋ, ਤੁਸੀਂ ਡਰਾ ਕਰਨ ਦੀ ਪੋਜੀਸ਼ਨ ਵਿੱਚ ਹੋਵੋਗੇ। ਤੁਸੀਂ ਸਕੈਚ ਮੋਡ ਤੋਂ ਬਾਹਰ ਆਉਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਡਿਲੀਟ ਕਰਨਾ ਜਾਂ ਇਰੇਜ਼ ਕਰਨਾ ਚਾਹੁੰਦੇ ਹੋ ਜੋ ਤੁਸੀਂ ਇਸ ਸਕੈਚ ਮੋਡ ਤੇ ਆ ਸਕਦੇ ਹੋ। ਮੈਂ ਲਾਈਨਾਂ ਨੂੰ ਤੁਰੰਤ ਨਹੀਂ ਡਿਲੀਟ ਕਰ ਸਕਦਾ ਅਤੇ ਇਸ ਲਈ ਸਭ ਤੋਂ ਪਹਿਲਾਂ ਜਾਂ ਤਾਂ ਐਸਕੇਪ ਨੂੰ ਦਬਾਓ ਜਾਂ ਜਾਓ ਉੱਥੇ ਓਬਜੈਕਟ ਤੇ ਕਲਿੱਕ ਕਰੋ। ਫਿਰ ਮੈਂ ਉਸ ਸਕੈਚ ਮੋਡ ਤੋਂ ਬਾਹਰ ਆ ਗਿਆ। ਹੁਣ ਕੁਝ ਵੀ ਜੇ ਮੈਂ ਦੁਬਾਰਾ ਡਰਾ ਕਰਨਾ ਚਾਹੁੰਦਾ ਹਾਂ ਤਾਂ ਮੈਨੂੰ ਫਰੰਟ ਪਲੇਨ ਨੂੰ ਚੁਣਨਾ ਪਏਗਾ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜੋ ਮੈਂ ਹੁਣ ਕਰਨੀਆਂ ਹਨ। ਮੈਂ ਇਸ ਲਾਈਨ ਨੂੰ ਡਿਲੀਟ ਕਰਾਂਗਾ। ਕੀ ਕਰਨਾ ਹੈ, ਉਸ ਤੇ ਕਲਿੱਕ ਕਰੋ। ਇਹ ਕਹਿੰਦਾ ਹੈ ਕਿ ਹੇਠਾਂ ਦਿੱਤੀ ਆਈਟਮ ਨੂੰ ਡਿਲੀਟ ਕਰਨਾ ਹਾਂ। ਜੇ ਅਜਿਹਾ ਹੈ ਤਾਂ ਇਸ ਨੂੰ ਡਿਲੀਟ ਕਰ ਦਿੰਦੇ ਹੋ। ਤਾਂ ਜਦੋਂ ਵੀ ਤੁਸੀਂ ਸਕੈਚ ਮੋਡ ਤੋਂ ਬਾਹਰ ਆਉਂਦੇ ਹੋ ਤਾਂ ਜੇ ਤੁਸੀਂ ਡਿਲੀਟ ਕਰਦੇ ਹੋ, ਯੂਜੂਅਲੀ ਜੇ ਡਰਾਇੰਗ ਨੂੰ ਸੇਵ ਨਹੀਂ ਕਰਦੇ ਤਾਂ ਇਹ ਸਭ ਕੁਝ ਡਿਲੀਟ ਕਰ ਦਿੰਦਾ ਹੈ। ਤਾਂ ਆਓ ਅਸੀਂ ਇਸ ਨੂੰ ਇੱਕ ਵਾਰ ਫਿਰ ਕਰੀਏ। ਇਸ ਵਿੱਚ ਜੇਕਰ ਮੈਂ ਚਾਹਾਂਗਾ, ਕਿਉਂਕਿ ਮੈਂ ਹੁਣ ਸਭ ਕੁਝ ਡਿਲੀਟ ਕਰ ਦਿੱਤਾ ਹੈ, ਜੇ ਮੈਂ ਇਹ ਕੰਸਟਰਕਟ ਕਰਨਾ ਚਾਹਾਂ ਤਾਂ ਫਰੰਟ ਪਲੇਨ ਤੇ ਜਾਓ, ਬਸ ਆਪਣੇ ਮਾਊਸ ਨੂੰ ਹਿਲਾਓ ਅਤੇ ਇੱਕ ਰਾਈਟ ਕਲਿੱਕ ਕਰੋ ਤਾਂ ਇਹ ਨੋਰਮਲ ਟੂ ਪਲੇਨ ਦਿਖਾਉਂਦਾ ਹੈ। ਇਸ ਤੇ ਕਲਿੱਕ ਕਰੋ। ਇਸ ਲਈ ਨੋਰਮਲ ਪਲੇਨ ਖੁੱਲਦਾ ਹੈ। ਮੈਂ ਇੱਕ ਲਾਈਨ, ਸੈਂਟਰ ਲਾਈਨ ਡਰਾ ਕਰਨਾ ਚਾਹੁੰਦਾ ਹਾਂ, ਇੱਕ ਲੋਕੇਸ਼ਨ ਤੋਂ ਦੂਜੇ ਲੋਕੇਸ਼ਨ ਤੱਕ। ਫਿਰ ਐਂਟਰ, ਐਸਕੇਪ ਦਬਾਓ। ਇਸੇ ਤਰ੍ਹਾਂ ਮੈਂ ਇੱਕ ਲਾਈਨ ਵਰਗੀ ਕੋਈ ਚੀਜ਼ ਡਰਾ ਕਰਨਾ ਚਾਹਾਂਗਾ ਤਾਂ ਜੋ ਇਹ ਆਪਣੇ ਆਪ ਪਤਾ ਲਗਾ ਲਵੇ ਕਿ ਉਹ ਪਰਪੈਂਡੀਕਿਊਲਰ ਕਾਈਂਡ ਦਾ ਸਿਸਟਮ ਕਿੱਥੇ ਹੈ। ਮੈਂ ਇਸ ਨੂੰ ਦਬਾ ਸਕਦਾ ਹਾਂ, ਫਿਰ ਪ੍ਰੈਸ ਐਂਟਰ, ਐਸਕੇਪ। ਅਸੀਂ ਅਜੇ ਵੀ ਐਸਕੇਪ ਮੋਡ ਵਿੱਚ ਹਾਂ। ਮੈਂ ਸਿਰਫ ਇਸ ਲਾਈਨ ਨੂੰ ਡਿਲੀਟ ਕਰਨਾ ਚਾਹਾਂਗਾ। ਫਿਰ ਮੈਂ ਕਲਿੱਕ ਕਰਾਂਗਾ ਤੁਹਾਡੇ ਕੀਬੋਰਡ ਤੇ ਉਸ ਡਿਲੀਟ ਬਟਨ ਨੂੰ ਦਬਾਵਾਂਗਾ। ਤਾਂ ਜਦੋਂ ਵੀ ਤੁਸੀਂ ਕਿਸੇ ਪਾਰਟਿਕੂਲਰ ਓਬਜੈਕਟ ਨੂੰ ਮਿਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਕੈਚ ਮੋਡ ਤੇ ਹੋਣਾ ਪਵੇਗਾ। ਜੇਕਰ ਤੁਸੀਂ ਸਕੈਚ ਮੋਡ ਤੋਂ ਬਾਹਰ ਆਉਂਦੇ ਹੋ, ਉਹਨਾਂ ਵਿੱਚੋਂ ਇੱਕ ਚੁਣੋ। ਜੇਕਰ ਤੁਸੀਂ ਕੁਝ ਨਿਰਧਾਰਤ ਨਹੀਂ ਕਰ ਰਹੇ ਹੋ ਤਾਂ ਇਹ ਪੂਰੇ ਓਬਜੈਕਟ ਨੂੰ ਡਿਲੀਟ ਕਰ ਦਿੰਦਾ ਹੈ। ਸੋ ਤੁਹਾਨੂੰ ਡਿਲੀਟ ਓਬਜੈਕਟ ਯੂਜ਼ ਦੇ ਮਾਮਲੇ ਵਿੱਚ ਸਾਵਧਾਨ ਰਹਿਣਾ ਪਵੇਗਾ। ਹੁਣ ਮੈਂ ਇਸ ਪਲੇਨ ਤੇ ਇੱਕ ਰੈਕਟੈਂਗਲ ਡਰਾ ਕਰਨਾ ਚਾਹੁੰਦਾ ਹਾਂ। ਇਸ ਲਈ ਪਹਿਲਾਂ ਮੈਂ ਕੀ ਕਰਾਂਗਾ, ਮੈਂ ਇਸ ਨੂੰ ਡਿਲੀਟ ਕਰਾਂਗਾ।
ਫਰੰਟਲ ਪਲੇਨ ਤੇ ਨੋਰਮਲ ਤੇ ਜਾਵਾਂਗਾ। ਮੈਂ ਸਕਰੋਲ ਬਟਨ ਦੀ ਵਰਤੋਂ ਕਰ ਸਕਦਾ ਹਾਂ। ਇਸ ਸਮੇਂ 2 ਮਾਊਸ ਕਲਿੱਕ ਵਰਤ ਰਿਹਾ ਹਾਂ। ਸਕਰੋਲ ਬਟਨ ਵਰਗਾ ਕੁਝ ਹੈ। ਜੇ ਤੁਸੀਂ ਸਕਰੋਲ ਕਰੋਗੇ ਹੋ ਤਾਂ ਇਹ ਉਸ ਪਲੇਨ ਤੇ ਜ਼ੂਮ ਹੁੰਦਾ ਹੈ ਜਾਂ ਉਸ ਪਲੇਨ ਤੋਂ ਜ਼ੂਮ ਆਊਟ ਹੁੰਦਾ ਹੈ। ਇਸ ਲਈ ਹੁਣ ਅਸੀਂ ਇਸ ਨੂੰ ਜ਼ੂਮ ਕਰ ਰਹੇ ਹਾਂ। ਜ਼ੂਮ ਆਊਟ ਹੋ ਰਿਹਾ ਹੈ। ਮੈਂ ਇਸ ਨੂੰ ਐਡਜਸਟ ਕਰਨਾ ਚਾਹਾਂਗਾ। ਮੈਂ ਹਮੇਸ਼ਾ ਇਸ ਜ਼ੂਮ ਨੂੰ ਏਰੀਆ ਵਿੱਚ ਵਰਤ ਸਕਦਾ ਹਾਂ। ਉਸ ਪਲੇਨ ਵਿੱਚ ਜ਼ੂਮ ਟੂ ਏਰੀਆ, ਜ਼ੂਮ ਆਊਟ ਵਰਗੇ ਬਟਨ ਵੀ ਹਨ। ਹੁਣ ਉਸ ਫਰੰਟਲ ਪਲੇਨ ਤੇ ਮੈਂ ਇੱਕ ਲੋਕੇਸ਼ਨ ਤੋਂ ਇੱਕ ਕੋਰਨਰ ਰੈਕਟੈਂਗਲ ਡਰਾ ਕਰਨਾ ਚਾਹਾਂਗਾ। ਜੋ ਮੈਨੂੰ ਕਰਨਾ ਪੈਣਾ ਕੋਰਨਰ ਰੈਕਟੈਂਗਲ ਮਤਲਬ ਹੈ ਕਿ ਮੈਨੂੰ ਇੱਕ ਕਾਰਨਰ ਤੋਂ ਦੂਜੇ ਕਾਰਨਰ ਨੂੰ ਸਪੇਸੀਫਾਈ ਕਰਨਾ ਪੈਣਾ। ਤਾਂ ਮੈਂ ਕੀ ਕਰਾਂਗਾ? ਕੋਰਨਰ ਰੈਕਟੈਂਗਲ ਤੇ ਕਲਿੱਕ ਕਰੋ। ਫਿਰ ਕਲਿੱਕ ਮਤਲਬ ਕਲਿੱਕ। ਇਸ ਨੂੰ ਹੋਲਡ ਕਰੋ। ਆਓ ਦੁਬਾਰਾ ਅਜਿਹਾ ਕਰੀਏ। ਜੇ ਮੈਂ ਸਕੈਚ ਮੋਡ ਵਿੱਚ ਚੀਜ਼ ਨੂੰ ਡਿਲੀਟ ਕਰਨਾ ਚਾਹੁੰਦਾ ਹਾਂ ਤਾਂ ਮੈਂ ਕੀ ਕਰ ਸਕਦਾ ਹਾਂ ਕਿ ਲੈਫਟ ਕਲਿੱਕ ਬਟਨ ਦਬਾਓ, ਇਸ ਨੂੰ ਹੋਲਡ ਕਰੋ। ਹੋਲਡ ਮਤਲਬ ਰਿਲੀਜ਼ ਕੀਤੇ ਬਿਨਾਂ ਕੰਟੀਨਿਊਅਸਲੀ ਪ੍ਰੈਸ ਕਰੋ। ਫਿਰ ਓਬਜੈਕਟ ਨੂੰ ਸੈਲੈਕਟ ਕਰੋ। ਫਿਰ ਸਭ ਕੁਝ ਸੈਲੈਕਟ ਕਰਦਾ ਹੈ। ਫਿਰ ਤੁਸੀਂ ਡਿਲੀਟ ਕਰਦੇ ਹੋ। ਇਸ ਲਈ ਹੁਣ ਮੈਂ ਉਸ ਪਲੇਨ ਲਈ ਉਸ ਨੋਰਮਲ ਲਈ ਇੱਕ ਕੋਰਨਰ ਰੈਕਟੈਂਗਲ ਡਰਾ ਕਰਨਾ ਚਾਹਾਂਗਾ। ਕਲਿੱਕ ਕੋਰਨਰ ਰੈਕਟੈਂਗਲ। ਮੈਂ ਮਾਊਸ ਨੂੰ ਨਹੀਂ ਛੂਹਿਆ ਕਿਉਂਕਿ ਮੈਂ ਪਹਿਲਾਂ ਹੀ ਉਸ ਕੋਰਨਰ ਤੇ ਕਲਿੱਕ ਕਰ ਦਿੱਤਾ ਹੈ। ਬਾਹਰ ਨਿਕਲ ਗਿਆ। ਹੁਣ ਅਸੀਂ ਕੀ ਕਰਨ ਜਾ ਰਹੇ ਹਾਂ? ਕੋਰਨਰ ਪੁਆਇੰਟਾਂ ਵਿੱਚੋਂ ਇੱਕ ਨੂੰ ਪਿਕ ਕਰਨਾ ਹੈ, ਮਤਲਬ ਕਲਿੱਕ। ਇਸ ਨੂੰ ਹੋਲਡ ਕਰੋ। ਮਾਊਸ ਨੂੰ ਦਬਾ ਕੇ ਰੱਖੋ। ਫਿਰ ਮਾਊਸ ਹੁਣ ਇੱਕ ਲੋਕੇਸ਼ਨ ਤੋਂ ਮੂਵ ਕਰੋ। ਜਦੋਂ ਇਹ ਹੋ ਗਿਆ ਤਾਂ ਤੁਹਾਡੇ ਕੋਲ ਪਲੇਨ ਉੱਤੇ ਰੈਕਟੈਂਗਲ ਹੋਵੇਗਾ। ਹੁਣ ਮੈਂ ਉਸ ਰੈਕਟੈਂਗਲ ਦੇ ਇੰਨੇ ਸਪੈਸੀਫਾਈਡ ਡਾਇਮੈਂਸ਼ਨ ਨੂੰ ਰੱਖਣਾ ਚਾਹਾਂਗਾ ਜਿਸ ਲਈ ਦੁਬਾਰਾ ਮੈਂ ਸਮਾਰਟ ਡਾਇਮੈਂਸ਼ਨ ਦੀ ਵਰਤੋਂ ਕਰ ਸਕਦਾ ਹਾਂ। ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ। ਹੁਣ ਇਹ 49 ਹੈ ਬਾਈ। ਮੈਂ ਕੀ ਲੈਣਾ ਚਾਹਾਂਗਾ 50 ਮਿਲੀਮੀਟਰ। ਇਸ ਲਈ 50 ਮਿਲੀਮੀਟਰ ਤੇ ਜਾਣਾ ਹੋਵੇਗਾ ਅਤੇ ਫਿਰ ਕਲਿੱਕ ਓਕੇ। ਫਿਰ ਪ੍ਰੈਸ ਐਸਕੇਪ। ਇਸ ਦਾ ਮਤਲਬ ਹੈ 50 ਮਿਲੀਮੀਟਰ ਉਸ ਸਾਈਡ ਫਿਕਸ ਕੀਤਾ ਗਿਆ ਹੈ। ਦੂਜੇ ਸਾਈਡ ਮੈਂ ਡਾਇਮੈਂਸ਼ਨ ਦੁਬਾਰਾ ਐਡਜਸਟ ਕਰਨਾ ਚਾਹਾਂਗਾ ਜੋ ਦੁਬਾਰਾ ਮੈਂ ਇਸਤੇਮਾਲ ਕਰ ਸਕਦਾ ਹਾਂ। ਕਲਿੱਕ ਕਰੋ ਕਿ ਇਸ ਨੂੰ 25 ਮਿਲੀਮੀਟਰ ਤੱਕ ਮੂਵ ਕਰੋ ਤਾਂ ਮਿਲੀਮੀਟਰ ਅਤੇ ਓਕੇ ਤੇ ਕਲਿੱਕ ਕਰੋ। ਫਿਰ ਐਸਕੇਪ ਦਬਾਓ। ਜੇਕਰ ਤੁਸੀਂ ਪੂਰਾ ਕਰ ਲਿਆ ਹੈ ਤਾਂ ਇਹ ਪੂਰਾ ਰੈਕਟੈਂਗਲ ਪ੍ਰੋਪਰ ਡਾਇਮੈਂਸ਼ਨ ਨਾਲ ਬਣਾਉਂਦਾ ਹੈ। ਹੁਣ ਅਸੀਂ ਕਰਾਂਗੇ ਅਤੇ ਇੱਕ ਹੋਰ ਕਾਈਂਡ ਦਾ ਰੈਕਟੈਂਗਲ ਬਣਾਵਾਂਗੇ। ਜਦੋਂ ਵੀ ਅਸੀਂ ਵੱਖੋ ਵੱਖਰੀਆਂ ਚੀਜ਼ਾਂ ਨੂੰ ਬਣਾਉਣਾ ਚਾਹੁੰਦੇ ਹਾਂ ਅਸੀਂ ਇਹ ਰੈਕਟੈਂਗਲ ਦੀ ਵਰਤੋਂ ਕਰਦੇ ਹਾਂ ਜਿਸ ਨੂੰ ਅਸੀਂ ਸੈਂਟਰ ਰੈਕਟੈਂਗਲ ਕਹਿੰਦੇ ਹਾਂ। ਮਤਲਬ ਹੈ ਮੈਂ ਇੱਕ ਪੁਆਇੰਟ ਨੂੰ ਚੁਣਨ ਦੀ ਪੋਜੀਸ਼ਨ ਵਿੱਚ ਹੋਵਾਂਗਾ ਜਿੱਥੋਂ ਮੈਨੂੰ ਪੂਰੇ ਪੰਨੇ ਤੇ ਰੈਕਟੈਂਗਲ ਸ਼ੁਰੂ ਕਰਨਾ ਪਏਗਾ। ਇਹ ਸਾਡੇ 2 ਡਾਇਮੈਂਸ਼ਨ ਪੰਨੇ ਵਰਗਾ ਹੈ ਜਿਵੇਂ ਕਿ ਫਰੰਟਲ ਪਲੇਨ ਤੇ ਨੋਰਮਲ ਡਾਇਰੈਕਸ਼ਨ ਵਿੱਚ। ਇੱਕ ਵਾਰ ਜਦੋਂ ਮੈਂ ਉਸ ਫਰੰਟਲ ਪਲੇਨ ਤੇ ਕਲਿੱਕ ਕਰਦਾ ਹਾਂ ਜਿਸ ਨੂੰ ਅਸੀਂ ਕੰਸਟਰਕਟ ਕਰਨ ਜਾ ਰਹੇ ਹਾਂ, ਕੋਈ ਵੀ 2D ਡਰਾਇੰਗ ਜਿਸ ਨੂੰ ਅਸੀਂ ਸਿਰਫ ਉਸ ਇੱਕ ਪਾਰਟਿਕੂਲਰ ਪਲੇਨ ਤੇ ਕੰਸਟਰਕਟ ਕਰਨ ਜਾ ਰਹੇ ਹਾਂ ਅਤੇ ਰੇਕਮੈਂਡਡ ਪਲੇਨ ਜੋ ਅਸੀਂ ਵਰਤਣ ਜਾ ਰਹੇ ਹਾਂ ਉਹ ਫਰੰਟਲ ਪਲੇਨ ਹੈ। ਹੁਣ ਇੱਕ ਪੁਆਇੰਟ ਹੈ ਜਿੱਥੋਂ ਰੈਕਟੈਂਗਲ ਦਾ ਸੈਂਟਰ ਉੱਥੇ ਹੋਣਾ ਚਾਹੀਦਾ ਹੈ। ਇਸ ਕਾਈਂਡ ਦਾ ਰੈਕਟੈਂਗਲ ਜਿਸ ਨੂੰ ਅਸੀਂ ਸੈਂਟਰ ਰੈਕਟੈਂਗਲ ਕਹਿ ਰਹੇ ਹਾਂ, ਉਦਾਹਰਨ ਲਈ ਇਹ ਉਹ ਹੈ ਜੋ ਮੈਂ ਚੁਣਿਆ ਹੈ। ਹੁਣ ਇਸ ਦੇ ਲਈ ਮੈਨੂੰ ਕੀ ਕਰਨਾ ਹੈ? ਇੱਕ ਪੁਆਇੰਟ ਪਿਕ ਕਰੋ। ਮਤਲਬ ਹੁਣ ਮੇਰੇ ਹੱਥ ਇਸ ਮਾਊਸ ਨੂੰ ਨਹੀਂ ਛੂਹ ਰਹੇ ਹਨ। ਹੁਣ ਮੈਂ ਆਪਣਾ ਮਾਊਸ ਮੂਵ ਕਰਾਂਗਾ ਅਤੇ ਉਸ ਪੁਆਇੰਟ ਵਿੱਚੋਂ ਇੱਕ ਤੇ ਲੈਫਟ ਕਲਿੱਕ ਕਰੋ ਅਤੇ ਫਿਰ ਮੂਵ ਕਰੋ। ਮੈਂ ਇਸ ਨੂੰ ਪ੍ਰੈਸ ਹੋਲਡ ਨਹੀਂ ਕਰ ਰਿਹਾ, ਮੈਂ ਸਿਰਫ ਕਲਿੱਕ ਕਰ ਰਿਹਾ ਹਾਂ। ਸੋ ਇਸਨੇ ਕੋਰਨਰ ਪੁਆਇੰਟਸ ਨੂੰ ਚੁਣ ਲਿਆ ਹੈ। ਹੁਣ ਮੈਂ ਆਪਣੇ ਮਾਊਸ ਨੂੰ ਮੂਵ ਕਰਦਾ ਡਿਫਰੈਂਟ ਲੋਕੇਸ਼ਨਸ ਤੇ ਰਿਲੀਜ਼ ਕਰਦਾ ਹਾਂ। ਇਸ ਬੇਸ ਤੇ ਮੈਂ ਇੱਕ ਰੈਕਟੈਂਗਲ ਕੰਸਟਰਕਟ ਕਰਨ ਦੀ ਪੋਜੀਸ਼ਨ ਵਿੱਚ ਹੋਵਾਂਗਾ। ਹੁਣ ਦੁਬਾਰਾ ਕਲਿੱਕ ਕਰੋ। ਹੁਣ ਮੇਰੇ ਹੱਥ ਖਾਲੀ ਹਨ। ਰੈਕਟੈਂਗਲ ਕੰਸਟਰਕਟ ਕੀਤਾ ਗਿਆ ਹੈ। ਹੁਣ ਮੈਂ ਇਹ ਦੱਸਣ ਲਈ ਸਮਾਰਟ ਡਾਇਮੈਂਸ਼ਨ ਚਾਹੁੰਦਾ ਹਾਂ। ਇਹ 10 ਯੂਨਿਟ 10 ਮਿਲੀਮੀਟਰ ਹੋਣੇ ਚਾਹੀਦੇ ਹਨ। ਓਕੇ ਕਲਿੱਕ ਕਰੋ। ਹੁਣ ਹੋਰ ਡਾਇਮੈਂਸ਼ਨ ਜੋ ਮੈਂ ਇਸ ਦੇ ਲਈ ਵਰਤਣਾ ਚਾਹਾਂਗਾ, ਮੈਂ ਸਮਾਰਟ ਡਾਇਮੈਂਸ਼ਨ ਤੇ ਕਲਿੱਕ ਕਰ ਸਕਦਾ ਹਾਂ ਜਾਂ ਮੈਂ ਪਹਿਲਾਂ ਹੀ ਸਮਾਰਟ ਡਾਇਮੈਂਸ਼ਨ ਤੇ ਹਾਂ। ਕਿਉਂਕਿ ਇੱਥੇ ਸਮਾਰਟ ਡਾਇਮੈਂਸ਼ਨ ਹਾਈਲਾਈਟ ਕੀਤਾ ਗਿਆ ਹੈ, ਇਸ ਲਈ ਦੁਬਾਰਾ ਸਮਾਰਟ ਡਾਇਮੈਂਸ਼ਨ ਤੇ ਕਲਿੱਕ ਕਰੋ ਅਤੇ ਇਸ ਨੂੰ 40 ਯੂਨਿਟਾਂ
ਜਿਵੇਂ ਕਿ ਮਿਲੀਮੀਟਰ ਠੀਕ ਕਰਨ ਲਈ ਵਰਤੋ, ਫਿਰ ਇਸਕੇਪ ਦਬਾਓ ਸੋ ਅਸੀਂ ਸੈਂਟਰ ਰੈਕਟੈਂਗਲ ਵੀ ਪੂਰਾ ਕਰ ਲਿਆ ਹੈ। ਹੁਣ ਅਸੀਂ ਕਿਸੇ ਹੋਰ ਕਿਸਮ ਦੇ ਰੈਕਟੈਂਗਲ ਦੀ ਵਰਤੋਂ ਕਰ ਸਕਦੇ ਹਾਂ। ਇੱਥੇ ਇੱਕ ਹੋਰ ਵਿਕਲਪ ਹੈ ਜਿਵੇਂ ਕਿ 3 ਪੁਆਇੰਟ ਕੋਰਨਰ ਰੈਕਟੈਂਗਲ। ਸਾਡੇ ਕੋਲ 3 ਡਿਫਰੈਂਟ ਪੁਆਇੰਟਸ ਹਨ। ਮੈਂ ਇੱਕ ਕੋਰਨਰ ਰੈਕਟੈਂਗਲ ਕੰਸਟਰਕਟ ਕਰਨਾ ਚਾਹੁੰਦਾ ਹਾਂ। ਇਸ ਲਈ ਕੀ ਕਰਨਾ ਹੈ, ਇਸ ਨੂੰ ਪਿਕ ਕਰੋ। ਫਿਰ ਮਾਊਸ ਨੂੰ ਬਿਨਾਂ ਕਿਸੇ ਬਟਨ ਨੂੰ ਹੋਲਡ ਕੀਤੇ ਮੂਵ ਕਰੋ। ਪਹਿਲਾ ਪੁਆਇੰਟ ਪਿਕ ਕਰੋ, ਦੂਜਾ ਪੁਆਇੰਟ, ਸ਼ਾਇਦ ਤੀਜਾ ਪੁਆਇੰਟ। ਇੱਕ ਵਾਰ ਪੂਰਾ ਹੋ ਜਾਣ ਤੋਂ ਬਾਅਦ 2 ਵਾਰ ਇਸਕੇਪ ਦਬਾਓ ਤਾਂ ਕਿ ਇਹ ਓਬਜੈਕਟ ਨੂੰ ਫਿਕਸ ਕਰੇ। ਹੁਣ ਸਮਾਰਟ ਡਾਇਮੈਂਸ਼ਨ ਦੀ ਵਰਤੋਂ ਕਰੋ। ਸ਼ਾਇਦ ਇਹ 15 ਯੂਨਿਟਾਂ ਵਿੱਚ ਬਦਲੇ ਅਤੇ ਸ਼ਾਇਦ ਇਹ ਵਾਲਾ 24 ਯੂਨਿਟ। ਫਿਰ ਇਸਕੇਪ ਦਬਾਓ। ਜਿਸ ਤਰ੍ਹਾਂ ਸਾਨੂੰ 3 ਪੁਆਇੰਟਸ ਦੀ ਵਰਤੋਂ ਕਰਕੇ ਇਹਨਾਂ ਕੋਰਨਰ ਰੈਕਟੈਂਗਲਸ ਨੂੰ ਕੰਸਟਰਕਟ ਕਰਨਾ ਹੈ। ਹੁਣ ਸ਼ਾਇਦ ਅਸੀਂ ਸਕੁਏਅਰ ਕੰਸਟਰਕਟ ਕਰਨਾ ਚਾਹੁੰਦੇ ਹਾਂ। ਅਸੀਂ ਕਿਵੇਂ ਬਣਾ ਸਕਦੇ ਹਾਂ? ਉਸੇ ਰੈਕਟੈਂਗਲ ਨੂੰ ਯੂਜ਼ ਕਰ ਸਕਦੇ ਹਾਂ। ਅਸੀਂ ਦੋਵਾਂ ਸਾਈਡ ਨੂੰ ਅਨੁਕੂਲ ਕਰਨ ਲਈ ਸਮਾਰਟ ਡਾਇਮੈਂਸ਼ਨ ਵਰਤਦੇ ਹਾਂ। ਅਸੀਂ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਇਹਨਾਂ ਵਿੱਚੋਂ ਕਿਸੇ ਵੀ ਕੋਰਨਰ ਰੈਕਟੈਂਗਲ ਦੀ ਵਰਤੋਂ ਕਰਦੇ ਹਾਂ। ਪਹਿਲਾਂ ਮੈਂ ਇਸ ਨੂੰ ਇੱਕ ਰੈਕਟੈਂਗਲ ਵਾਂਗ ਡਰਾ ਕਰਾਂਗਾ। ਫਿਰ ਮੈਂ ਸਮਾਰਟ ਡਾਇਮੈਂਸ਼ਨ ਦੀ ਵਰਤੋਂ ਕਰਾਂਗਾ। ਇਸ ਨੂੰ 10 ਯੂਨਿਟਾਂ ਵਜੋਂ ਕਲਿੱਕ ਕਰੋ ਅਤੇ ਇਹ ਵੀ 10 ਯੂਨਿਟ। ਫਿਰ ਇਸਕੇਪ ਦਬਾਓ ਤਾਂ ਇੱਕੋ ਕਮਾਂਡ ਰੈਕਟੈਂਗਲ ਵਾਂਗ ਸਕੁਏਅਰ ਵੀ ਕੰਸਟਰਕਟ ਕਰ ਸਕਦਾ ਹੈ। ਤੁਸੀਂ ਕੋਈ ਵੀ ਸਕੁਏਅਰ ਕੋਈ ਹੋਰ ਰੈਕਟੈਂਗਲ ਲਾਈਨ ਕੰਸਟਰਕਟ ਕਰਨਾ ਚਾਹੁੰਦੇ ਹੋ ਓਬਜੈਕਟ ਦੇ ਅੰਦਰ ਜੋ ਬਿਲਕੁਲ ਸਿੱਧੀ ਹੈ। ਤੁਸੀਂ ਲਾਈਨ ਤੇ ਕਲਿੱਕ ਕਰੋ। ਉੱਥੇ ਤੋਂ ਉਸ ਲਾਈਨ ਦੇ ਮਿਡ ਪੁਆਇੰਟ ਤੱਕ ਇੱਕ ਪੁਆਇੰਟ ਪਿਕ ਕਰੋ ਜਿੱਥੇ ਕਨੈਕਟ ਕਰਨਾ ਹੈ ਅਤੇ ਫਿਰ ਐਂਟਰ ਦਬਾਓ। ਅਸੀਂ ਉਸ ਲਾਈਨ ਦੇ ਨਾਲ ਪੂਰਾ ਕਰ ਲਿਆ ਹੈ। ਹੁਣ ਪੈਰਲਲੋਗ੍ਰਾਮ ਅਸੀਂ ਕੰਸਟਰਕਟ ਕਰਨਾ ਚਾਹੁੰਦੇ ਹਾਂ। ਕਿਉਂਕਿ ਰੈਕਟੈਂਗਲਸ ਹਮੇਸ਼ਾ 90 ਡਿਗਰੀ ਐਜਸ ਸਕੁਏਅਰ ਵੀ 90 ਡਿਗਰੀ ਬਣਾਉਂਦੇ ਹਨ। ਜੇਕਰ ਮੈਂ ਪੈਰਲਲੋਗ੍ਰਾਮ ਕੰਸਟਰਕਟ ਕਰਨਾ ਚਾਹੁੰਦਾ ਹਾਂ ਤਾਂ ਕੀ ਕਰਨਾ ਹੈ, ਉਸ ਪੈਰਲਲੋਗ੍ਰਾਮ ਤੇ ਕਲਿੱਕ ਕਰੋ। ਹੁਣ ਜੇਕਰ ਤੁਸੀਂ ਦੇਖ ਰਹੇ ਹੋ ਖੁਦ ਮਾਊਸ ਵੀ, ਤਾਂ ਕਰਸਰ ਲੈਵਲ ਇਹ ਕੁਝ ਪੈਰਲਲੋਗ੍ਰਾਮ ਦਿਖਾਉਂਦਾ ਹੈ। ਜੇਕਰ ਤੁਸੀਂ ਧਿਆਨ ਨਾਲ ਇਸ ਲੈਫਟ ਹੈਂਡ ਸਾਈਡ ਵੱਲ ਦੇਖ ਰਹੇ ਹੋ, ਤਾਂ ਇੱਥੇ ਓਪਸ਼ਨਸ ਹਨ। ਇਸ ਲਈ ਤੁਹਾਡਾ ਸੋਲਿਡਵਰਕਸ ਕਈ ਤਰ੍ਹਾਂ ਦੇ ਓਪਸ਼ਨਸ ਦਿਖਾਉਂਦਾ ਹੈ। ਕੀ ਤੁਸੀਂ ਚਾਹੁੰਦੇ ਹੋ ਕਿ ਇਸ ਕੋਰਨਰ ਟੂ ਕੋਰਨਰ ਵਰਗੀ ਚੀਜ਼ ਹੋਵੇ? ਸ਼ਾਇਦ ਸੈਂਟਰ ਕੋਰਨਰ ਕਾਇੰਡ ਦੀਆਂ ਚੀਜ਼ਾਂ, 3 ਪੁਆਇੰਟ ਕਾਇੰਡ ਦੀਆਂ ਚੀਜ਼ਾਂ ਹਨ ਅਤੇ ਹੋਰ ਵੀ ਬਹੁਤ। ਅਤੇ ਇਸ ਪੈਰਲਲੋਗ੍ਰਾਮ ਨੂੰ ਅਸੀਂ ਇਸ ਤਰੀਕੇ ਨਾਲ ਵੀ ਵਰਤ ਸਕਦੇ ਹਾਂ। ਰੈਕਟੈਂਗਲ ਵਾਂਗ ਕੋਰਨਰ ਟੂ ਕੋਰਨਰ। ਕਿਵੇਂ ਕੋਰਨਰ ਟੂ ਕੋਰਨਰ ਪੈਰਲਲੋਗ੍ਰਾਮ ਕੰਸਟਰਕਟ ਕੀਤਾ ਹੈ? ਅਸੀਂ ਇਸ ਨੂੰ ਡਿਫਾਲਟ ਆਪਸ਼ਨ ਵੀ ਕੰਸਟਰਕਟ ਕਰ ਸਕਦੇ ਹਾਂ। ਇੱਥੇ ਹਾਈਲਾਈਟ ਕੀਤਾ ਗਿਆ ਹੈ ਕਿ ਤੁਹਾਨੂੰ ਪਿਕ ਕਰਨਾ ਪਏਗਾ ਪਹਿਲਾ ਪੁਆਇੰਟ, ਦੂਜਾ ਪੁਆਇੰਟ ਇੰਕਲਿਨੇਸ਼ਨ ਐਂਗਲ 3। ਜੇ ਅਸੀਂ ਇਸ ਨੂੰ ਕੰਸਟਰਕਟ ਕਰਦੇ ਹਾਂ ਤਾਂ ਆਓ ਕਰੀਏ। ਪਹਿਲਾ ਪੁਆਇੰਟ, ਦੂਜਾ ਪੁਆਇੰਟ। ਤੁਸੀਂ ਵੇਖੋਗੇ ਤੀਜਾ ਪੁਆਇੰਟ ਜੇਕਰ ਮੈਂ ਹਿਲਾਵਾਂ ਤਾਂ ਇਹ ਇੰਕਲਿਨੇਸ਼ਨ ਐਂਗਲ ਐਡਜਸਟ ਕੀਤਾ ਅਤੇ ਹੋ ਗਿਆ। ਹੁਣ ਡਾਇਮੈਂਸ਼ਨ ਸਮਾਰਟ ਡਾਇਮੈਂਸ਼ਨ ਦੇ ਬੇਸ ਤੇ ਮੈਂ ਕੀ ਕਰ ਸਕਦਾ ਹਾਂ? ਮੈਂ ਇਸ ਦੀ ਵਰਤੋਂ ਕਰ ਸਕਦਾ ਹਾਂ। ਸ਼ਾਇਦ ਸਪੈਸੀਫਾਈ ਕਰਾਂ। ਹੁਣ ਮੈਂ ਸਿਰਫ ਲੈਂਥ ਦੇ ਰੂਪ ਵਿੱਚ ਨਹੀਂ ਚਾਹੁੰਦਾ ਹਾਂ ਪਰ ਐਂਗੂਲਰ ਡਾਇਮੈਂਸ਼ਨ ਵਰਗਾ ਕੁਝ ਮੈਂ ਚਾਹੁੰਦਾ ਹਾਂ। ਮੈਂ ਇਸ ਦਾ ਫਰਦਰ ਪਰਪਸ ਵੀ ਰੱਖਾਂਗਾ ਕਿ ਅਸੀਂ ਸਮਾਰਟ ਡਾਇਮੈਂਸ਼ਨ ਦੀ ਵਰਤੋਂ ਕਰ ਸਕਦੇ ਹਾਂ। ਇੱਥੇ ਕੁਝ ਅਜਿਹਾ ਹੈ ਜਿਵੇਂ ਹੌਰੀਜ਼ੌਂਟਲੀ ਤੌਰ ਤੇ ਓਕੇ ਆਰਡੀਨੇਟ ਡਾਇਮੈਂਸ਼ਨ ਨੂੰ ਚੁਣੀਏ। ਉਦਾਹਰਨ ਲਈ ਇਹਨਾਂ ਦੋ ਪੁਆਇੰਟਸ ਦੇ ਵਿਚਕਾਰ ਹੌਰੀਜ਼ੌਂਟਲ ਡਿਸਟੈਂਸ 15 ਯੂਨਿਟਸ ਹੋਣੇ ਚਾਹੀਦੇ ਹਨ। ਫਿਰ ਅਸੀਂ 15 ਕਲਿੱਕ ਕਰਦੇ ਹਾਂ। ਇੱਕ ਕੋਰਨਰ ਤੋਂ ਦੂਜੇ ਕੋਰਨਰ ਤੱਕ ਹੌਰੀਜ਼ੌਂਟਲ ਡਿਸਟੈਂਸ 15 ਹੋਣੀ ਚਾਹੀਦੀ ਹੈ। ਸਿਮਿਲਰਲੀ ਵਰਟੀਕਲ ਵੀ ਅਸੀਂ ਐਡਜਸਟ ਕਰ ਸਕਦੇ ਹਾਂ। ਸੇਮ ਪੈਰਲਲੋਗ੍ਰਾਮ ਵਿੱਚ
ਅਸੀਂ ਦੋ ਕਾਰਨਰਸ ਪੁਆਇੰਟਸ ਨੂੰ ਵਰਤਣਾ ਚਾਹਾਂਗੇ। ਪਹਿਲਾ ਪੁਆਇੰਟ। ਦੂਜਾ ਪੁਆਇੰਟ ਜੇਕਰ ਤੁਸੀਂ ਚੁਣ ਰਹੇ ਹੋ, ਤਾਂ ਇਹ ਸਿੱਧਾ ਇੱਕ ਰੈਕਟੈਂਗਲ ਕੰਸਟਰਕਟ ਕਰਦਾ ਹੈ ਕਿਉਂਕਿ ਰੈਕਟੈਂਗਲ ਇਸ ਪੈਰਲਲੋਗ੍ਰਾਮ ਦਾ ਪਾਰਟ ਹੈ। ਹੁਣ ਅਸੀਂ ਇੱਕ ਨਵੀਂ ਸ਼ੀਟ ਨੂੰ ਖੋਲ੍ਹਣ ਲਈ ਇਸ ਸ਼ੀਟ ਨੂੰ ਤੁਰੰਤ ਬੰਦ ਕਰ ਸਕਦੇ ਹਾਂ। ਜਾਂ ਅਸੀਂ ਇਹਨਾਂ ਡਰਾਇੰਗ ਨੂੰ ਸੇਵ ਕਰਨ ਵਿੱਚ ਦਿਲਚਸਪੀ ਰੱਖਦੇ ਹਾਂ ਤਾਂ ਕੀ ਕਰਨਾ ਹੈ? ਸਕੈਚ ਮੋਡ ਤੋਂ ਬਾਹਰ ਆ ਕੇ ਉੱਥੇ ਟਾਪ ਤੇ ਜਾਓ। ਇੱਥੇ ਕੁਝ ਅਜਿਹਾ ਹੈ ਜਿਵੇਂ ਕਿ ਨਵੀਂ ਸੇਵ ਕਰਨ ਦੀਆਂ ਚੀਜ਼ਾਂ। ਮੈਂ ਹਮੇਸ਼ਾ ਆਪਣੀ ਡਰਾਇੰਗ ਨੂੰ ਸੇਵ ਕਰ ਸਕਦਾ ਹਾਂ। ਜਿਵੇਂ ਕਿ ਇੱਕ ਪਾਰਟਿਕੂਲਰ ਥਿੰਗ ਨੂੰ ਸੇਵ ਕਰੋ। ਸ਼ਾਇਦ ਤੁਸੀਂ ਡੈਸਕਟਾਪ ਤੇ ਕੁਝ ਕੰਸਟਰਕਟ ਕਰ ਸਕਦੇ ਹੋ। ਹਮੇਸ਼ਾ ਇੱਕ ਡਾਇਰੈਕਟਰੀ ਕੰਸਟਰਕਟ ਕਰਨਾ ਤਰਜੀਹੀ ਹੈ। ਨਵੇਂ ਫੋਲਡਰ ਵਿੱਚ ਡਰਾਇੰਗ, ਅਭਿਆਸ, ਫਿਰ ਓਪਨ ਤੇ ਕਲਿੱਕ ਕਰੋ। ਇਹ ਪਹਿਲੀ ਡਰਾਇੰਗ ਹੈ ਜੋ ਅਸੀਂ ਚਾਹੁੰਦੇ ਹਾਂ ਕਿ ਇਸ ਦਾ ਨਾਮ ਪਾਰਟ 1 2D ਡਰਾਇੰਗ ਵਰਗਾ ਹੈ। ਹੁਣ ਡਰਾਇੰਗ ਨੂੰ ਸੇਵ ਕਰਨ ਲਈ ਨੋਟੇਸ਼ਨ ਇਸ ਲਈ ਹੈ ਕਿਉਂਕਿ ਸੋਲਿਡਵਰਕਸ ਡਰਾਇੰਗ ਸੇਵ ਕਰਨ ਲਈ ਇੱਕ ਵਿਸ਼ੇਸ਼ ਫਾਰਮੈਟ ਦੀ ਵਰਤੋਂ ਕਰਦੇ ਹਨ। ਕੁਝ ਅਜਿਹਾ ਹੁੰਦਾ ਹੈ ਜਿਵੇਂ ਪਾਰਟ ਆਪਸ਼ਨ SLD ਪਾਰਟ। ਇਸ ਦਾ ਮਤਲਬ ਹੈ ਕਿ ਸੋਲਿਡਵਰਕਸ ਪਾਰਟ ਹੈ ਜਾਂ ਪਾਰਟ ਡਰਾਇੰਗ ਦਾ ਪਾਰਟ। ਤੁਸੀਂ ਇਸ ਨੂੰ ਹਮੇਸ਼ਾ ਵੱਖ-ਵੱਖ ਵਰਜ਼ਨਸ ਤੇ ਸੇਵ ਕਰ ਸਕਦੇ ਹੋ ਜਿਵੇਂ ਕਿ ਤੁਹਾਡੇ ਕੋਲ ਵੱਖ-ਵੱਖ ਕਾਈਂਡ ਦਾ ਫਾਰਮੈਟ ਹੈ। JPEG ਤੁਸੀਂ ਸੇਵ ਕਰ ਸਕਦੇ ਹੋ ਅਤੇ ਇਸ ਤਰ੍ਹਾਂ ਦੇ ਹੋਰ ਵੀ, ਪਰ ਜੇਕਰ ਤੁਸੀਂ ਇਸ ਨੂੰ ਪਾਰਟ ਡਰਾਇੰਗ ਜਿਵੇਂ .prt ਜਾਂ .sld ਪਾਰਟ ਸੇਵ ਕਰੋ, ਬਾਅਦ ਵਿੱਚ ਤੁਸੀਂ ਡਰਾਇੰਗ ਨੂੰ ਇਨਵੋਕ ਕਰ ਸਕਦੇ ਹੋ ਅਤੇ ਚੀਜ਼ਾਂ ਨੂੰ ਅਪਡੇਟ ਕਰ ਸਕਦੇ ਹੋ ਅਤੇ ਹੋਰ ਵੇਰਵੇ ਸ਼ਾਮਲ ਕਰ ਸਕਦੇ ਹੋ ਜਾਂ ਐਡਿਟ ਵੀ ਕਰ ਸਕਦੇ ਹਾਂ। ਪਹਿਲਾ ਸਟੈਪ ਇਹ ਹੈ ਕਿ ਤੁਸੀਂ ਹਮੇਸ਼ਾ ਇਸ ਨੂੰ ਕਿਵੇਂ ਸੇਵ ਕਰਨਾ ਹੈ। ਇਸ ਲਈ ਡਰਾਇੰਗ ਨੂੰ ਹਮੇਸ਼ਾ ਸੇਵ ਕੀਤਾ ਜਾ ਸਕਦਾ ਹੈ। ਹੁਣੇ ਇਸ ਡਰਾਇੰਗ ਨੂੰ ਕਲਿੱਕ ਕਰਕੇ ਬੰਦ ਕਰੋ। ਹੁਣ ਅਸੀਂ ਇਸ ਨੂੰ ਖੋਲ੍ਹਣਾ ਚਾਹੁੰਦੇ ਹਾਂ। ਓਪਨ ਨਿਊ, ਫਿਰ ਨਿਊ ਤੇ ਕਲਿੱਕ ਕਰੋ। ਜੇਕਰ ਅਸੀਂ ਪੁਰਾਣੇ ਨੂੰ ਖੋਲ੍ਹਣਾ ਚਾਹੁੰਦੇ ਹਾਂ ਤਾਂ ਪਾਰਟ 1 2D ਵਰਗਾ ਆਪਸ਼ਨ ਹੈ। ਜੇਕਰ ਤੁਸੀਂ ਸਿਰਫ ਆਪਣੇ ਮਾਊਸ ਨੂੰ ਸੋਲਿਡਵਰਕਸ ਤੇ ਹਿਲਾ ਰਹੇ ਹੋ ਤਾਂ ਸਿੱਧਾ ਉਸ ਹਿੱਸੇ ਦਾ ਮਿਨੀਮਾਈਜ਼ਡ ਵਰਜ਼ਨ ਦਿਖਾਉਂਦਾ ਹੈ ਜਿਸ ਤੇ ਅਸੀਂ ਪਹਿਲਾਂ ਹੀ ਕੰਮ ਕਰ ਚੁੱਕੇ ਹਾਂ ਤਾਂ ਜੋ ਤੁਸੀਂ ਅਸਲ ਵਿੱਚ ਉਸ ਨੂੰ ਐਡਿਟ ਕਰਨਾ ਚਾਹੁੰਦੇ ਹੋ ਉਸ ਤੇ ਕਲਿੱਕ ਕਰੋ। ਇਹ ਤੁਰੰਤ ਡਰਾਇੰਗ ਨੂੰ ਖੋਲ੍ਹਦਾ ਹੈ ਅਤੇ ਇਹਨਾਂ ਡਾਇਮੈਂਸ਼ਨ ਨੂੰ ਤੁਸੀਂ ਇਸ ਲੈਵਲ ਤੇ ਨਹੀਂ ਦੇਖ ਸਕਦੇ ਹੋ ਜਦੋਂ ਤੱਕ ਅਸੀਂ ਇਸ ਪੂਰੀ ਚੀਜ਼ ਨੂੰ ਇੱਕ ਡਰਾਇੰਗ ਸ਼ੀਟ ਵਿੱਚ ਨਹੀਂ ਬਦਲਦੇ ਹਾਂ। ਸੋਲਿਡਵਰਕਸ ਇਹ ਪਤਾ ਲਗਾਉਂਦਾ ਹੈ ਕਿ ਜਦੋਂ ਤੁਸੀਂ ਬਣਾ ਰਹੇ ਹੋ ਤਾਂ ਇਹ ਕਿਸ ਕਾਈਂਡ ਦੇ ਡਾਇਮੈਂਸ਼ਨ ਨੂੰ ਕੰਸਟਰਕਟ ਕਰਦਾ ਹੈ ਅਤੇ ਇੰਟਰਨਲੀ ਸੇਵ ਕਰਦਾ ਹੈ। ਮਗਰੋਂ, ਜਦੋਂ ਤੁਸੀਂ ਇਸ ਨੂੰ ਸੇਵ ਕਰਦੇ ਹੋ ਤਾਂ ਇਹ ਸਿੱਧੇ ਤੌਰ ਤੇ ਡਾਇਮੈਂਸ਼ਨ ਨਹੀਂ ਦਿਖਾਏਗਾ ਜਦੋਂ ਤੱਕ ਤੁਸੀਂ ਹੋਰ ਬਿਲਟ-ਇਨ ਫੰਕਸ਼ਨ ਨੂੰ ਕਨਵਰਟ ਜਾਂ ਇਨਵੋਕ ਨਹੀਂ ਕਰਦੇ। ਇਸ ਲਈ ਅਗਲੀ ਕਲਾਸ ਵਿੱਚ ਅਸੀਂ ਹੋਰ ਕਾਈਂਡ ਦੀਆਂ ਥਿੰਗ ਬਾਰੇ ਸਿੱਖਾਂਗੇ ਜਿਵੇਂ ਕਿ 2D ਸ਼ੀਟਾਂ ਤੇ ਸਰਕਲ ਕਿਵੇਂ ਡਰਾ ਕਰਨੇ ਹਨ, ਸ਼ਾਇਦ ਕੁਝ ਸਲੋਟ, ਸਿੱਧੇ ਸਲੋਟ, ਇਸ ਨੂੰ ਕਿਵੇਂ ਕੰਸਟਰਕਟ ਕਰਨਾ ਹੈ, ਇਲਿਪਸ ਕਿਵੇਂ ਕੰਸਟਰਕਟ ਕਰਨਾ ਹੈ, ਵੱਖ-ਵੱਖ ਕਾਈਂਡ ਦੇ ਪੈਂਟਾਗੋਨਲ ਕਾਈਂਡ ਦੇ ਸਟਰਕਚਰ ਅਤੇ ਹੋਰ ਚੀਜ਼ਾਂ ਨੂੰ ਕਿਵੇਂ ਕੰਸਟਰਕਟ ਕਰਨਾ ਹੈ। ਤੁਹਾਡਾ ਧੰਨਵਾਦ। ਅਗਲੀ ਕਲਾਸ ਵਿੱਚ ਮਿਲਦੇ ਹਾਂ।